वीडियो वधिया लगी इसनूं लाइक करना, कमेंट करना, शेयर करना ਅਤੇ ਜੇਕਰ ਚੈਨਲ ਤੇ ਨਿਊ ਵੀਵਰ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਦੋਸਤੋ। ਤਾਂ ਆਪਾਂ ਚੱਲਦੇ ਹਾਂ ਪਹਿਲੇ ਕੁਐਸਚਨ ਵੱਲ। ਤਾਂ ਪਹਿਲਾ ਕੁਐਸਚਨ ਕਹਿੰਦਾ ਹੈ ਕਿ ਕਿਸ ਭਾਗ ਨੂੰ ਸੰਵਿਧਾਨ ਦੀ ਆਤਮਾ ਕਿਹਾ ਜਾਂਦਾ ਹੈ। ਤਾਂ ਬਹੁਤ ਵਧੀਆ ਕੁਐਸਚਨ ਹੈ ਦੋਸਤੋ। ਦੇਖੋ, ਇੱਕ ਆ ਗਿਆ ਆਤਮਾ ਤੇ ਦੂਜਾ ਕੀ ਹੁੰਦਾ, ਦਿਲ ਅਤੇ ਆਤਮਾ। ਦਿਲ ਅਤੇ ਆਤਮਾ ਆਪਾਂ ਪੂਰਾ ਐਕਸਪਲੇਨ ਕਰਾਂਗੇ ਹਰੇਕ ਚੀਜ਼ ਦਾ ਜੋ ਪੇਪਰ 'ਚ ਬਣ ਸਕਦੇ ਨੇ। ਦਿਲ ਅਤੇ ਆਤਮਾ ਕਿਹਨੂੰ ਕਿਹਾ ਜਾਂਦਾ ਹੈ, ਆਰਟੀਕਲ 32 ਨੂੰ ਕਿਹਾ ਜਾਂਦਾ ਹੈ। ਤਾਂ ਦੋਸਤੋ ਇਹ ਯਾਦ ਰੱਖਣਾ ਹੈ, ਡਾਕਟਰ ਬੀ ਆਰ ਅੰਬੇਦਕਰ ਨੇ ਕਿਹਾ ਹੈ। ਇਹ ਵੀ ਯਾਦ ਰੱਖਣਾ ਹੈ, ਬੀ ਆਰ ਅੰਬੇਦਕਰ। ਤਾਂ ਇਹ ਕੁਐਸਚਨ ਹਨ ਜੋ ਬਣ ਸਕਦੇ। ਡਾਕਟਰ ਬੀ ਆਰ ਅੰਬੇਦਕਰ ਨੇ ਕਿਹਾ ਹੈ, ਡਰਾਫਟਿੰਗ ਕਮੇਟੀ ਜਿਸ ਨੇ ਬਣਾਈ ਸੀ। ਤਾਂ ਕੀ ਹੈ, ਆਰਟੀਕਲ 32 ਨੂੰ ਦਿਲ ਅਤੇ ਆਤਮਾ ਕਿਹਾ, ਬਟ ਇੱਥੇ ਓਨਲੀ ਆਤਮਾ ਦੀ ਗੱਲ ਹੋਈ ਹੈ। ਤਾਂ ਆਤਮਾ ਕਿਸ ਨੂੰ ਕਿਹਾ ਗਿਆ ਹੈ ਦੋਸਤੋ, ਪ੍ਰਸਤਾਵਨਾ ਨੂੰ। ਹੁਣ ਦੇਖਿਆ ਜਾਵੇ ਪ੍ਰਸਤਾਵਨਾ ਦੇ ਵਿੱਚੋਂ ਕੁਐਸਚਨ ਬਣਿਆ ਸੀ, ਇੱਕ ਕੁਐਸਚਨ ਬਣ ਚੁੱਕਿਆ ਹੈ ਪੰਜਾਬ ਪੁਲਿਸ ਦੇ ਵਿੱਚ ਤੇ ਉਸ ਤੋਂ ਪਹਿਲਾਂ ਵਾਲੀਆਂ ਸ਼ਿਫਟਾਂ 'ਚ ਵੀ ਆ ਚੁੱਕਿਆ ਹੋਵੇਗਾ। ਮੈਂ ਇਹ ਦੇਖਦਾ ਹਾਂ ਕਿ ਕੀ ਆ ਸਕਦਾ ਹੈ, ਨਾ ਕਿ ਐਨਾਲਿਸਿਸ 'ਚ ਇਹ ਦੇਖਿਆ ਜਾਂਦਾ ਹੈ ਕਿਹੜੇ ਕਿਹੜੇ ਕੁਐਸਚਨ ਆ। ਤਾਂ ਮੈਂ ਕਹਿ ਰਿਹਾ ਤੁਸੀਂ ਸਾਰੇ ਕੁਐਸਚਨਾਂ ਦੀ ਤਿਆਰੀ ਕਰੋ ਦੋਸਤੋ। ਤਾਂ ਦੇਖੋ, ਹੁਣ ਕੁਐਸਚਨ ਆਇਆ ਸੀ ਆਬਜੈਕਟਿਵ ਰੈਜੋਲਿਊਸ਼ਨ ਦਾ। ਆਬਜੈਕਟਿਵ ਰੈਜੋਲਿਊਸ਼ਨ, ਤਾਂ ਆਪਾਂ ਇੱਥੇ ਕਲਰ ਚੇਂਜ ਕਰ ਲੈਂਦੇ ਹਾਂ। ਤਾਂ ਦੇਖੋ ਦੋਸਤੋ, ਆਬਜੈਕਟਿਵ ਰੈਜੋਲਿਊਸ਼ਨ ਦਾ ਕੀ ਹੈ ਕੁਐਸਚਨ ਆਇਆ ਸੀ, ਆਬਜੈਕਟਿਵ ਰੈਜੋਲਿਊਸ਼ਨ। ਤਾਂ ਆਬਜੈਕਟਿਵ ਰੈਜੋਲਿਊਸ਼ਨ ਦੇ ਵਿੱਚ ਕੀ ਹੁੰਦਾ ਦੋਸਤੋ, ਇਹ ਕੀ ਹੈ, ਪੁਰਾਣਾ ਨਾਮ ਸੀ। ਇਹ ਪੁਰਾਣਾ ਨਾਮ ਹੈ ਕਿਸ ਦਾ, ਪ੍ਰਸਤਾਵਨਾ ਦਾ। ਤਾਂ ਯਾਦ ਰੱਖਣਾ ਹੈ, ਆਬਜੈਕਟਿਵ ਰੈਜੋਲਿਊਸ਼ਨ ਪਹਿਲਾ ਨਾਮ ਸੀ ਪ੍ਰਸਤਾਵਨਾ ਦਾ। ਤੇ ਇਸ ਦਾ ਡਰਾਫਟ ਕਿਸ ਨੇ ਤਿਆਰ ਕੀਤਾ ਸੀ, ਪੰਡਿਤ ਜਵਾਹਰ ਲਾਲ ਨਹਿਰੂ ਨੇ ਕੀਤਾ ਸੀ ਦੋਸਤੋ। ਯਾਦ ਰੱਖਣਾ ਹੈ, ਜਵਾਹਰ ਲਾਲ ਨਹਿਰੂ ਨੇ ਕੀਤਾ ਸੀ ਆਬਜੈਕਟਿਵ ਰੈਜੋਲਿਊਸ਼ਨ ਦਾ, ਜੋ ਤਿਆਰ ਕੀਤਾ ਸੀ ਪ੍ਰਸਤਾਵਨਾ। ਤੇ ਪ੍ਰਸਤਾਵਨਾ ਹੈ ਜੋ ਕੀ ਹੈ, ਜਦੋਂ ਬਣਾਈ ਗਈ ਸੀ, ਡਰਾਫਟ ਕਦੋਂ ਤਿਆਰ ਕੀਤਾ ਗਿਆ ਸੀ। ਤਾਂ ਦੋਸਤੋ ਯਾਦ ਰੱਖਣਾ ਹੈ 13 ਦਸੰਬਰ ਨੂੰ, 13 ਦਸੰਬਰ 1946 ਨੂੰ ਯਾਦ ਰੱਖਣਾ ਹੈ। ਅਤੇ ਜੇਕਰ ਦੇਖਿਆ ਜਾਵੇ ਕਿ ਉੱਥੇ ਉਹਨੇ ਕਹਿ ਦਿੱਤਾ ਕਿ ਸੰਵਿਧਾਨ ਵਿੱਚ ਕਦੋਂ ਅਡਾਪਟ ਕੀਤਾ ਗਿਆ, ਤਾਂ ਦੋਸਤੋ ਯਾਦ ਰੱਖਣਾ ਹੈ 22 ਜਨਵਰੀ, 22 ਜਨਵਰੀ ਅਗਲਾ ਸਾਲ ਚੜ੍ਹ ਗਿਆ ਸੀ 1947। ਤਾਂ ਇੰਨੇ ਜ਼ਿਆਦਾ ਕੁਐਸਚਨ ਆਪਾਂ ਕਰ ਲਏ ਹਨ। ਤਾਂ ਦੋਸਤੋ ਪ੍ਰਸਤਾਵਨਾ ਕੀ ਹੈ, ਇਸ ਦਾ ਰਾਈਟ ਆਨਸਰ ਹੈ। ਤਾਂ ਚੱਲਦੇ ਹਾਂ ਆਪਾਂ ਅਗਲੇ ਕੁਐਸਚਨ ਵੱਲ ਦੋਸਤੋ। ਇਹ ਤੁਹਾਨੂੰ ਇਨਫੋਰਮੇਸ਼ਨ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਤਾਂ ਤੁਹਾਡਾ ਬਣਦਾ ਹੈ। ਅਗਲਾ ਕੁਐਸਚਨ ਦੇਖਦੇ ਹਾਂ ਦੋਸਤੋ, ਭਾਰਤ ਦੇ ਸੰਵਿਧਾਨ ਅਨੁਸਾਰ ਦੇਸ਼ ਦਾ ਪਹਿਲਾ ਨਾਗਰਿਕ ਕੌਣ ਹੁੰਦਾ ਹੈ। ਤਾਂ ਬਹੁਤ ਇੰਪੋਰਟੈਂਟ ਕੁਐਸਚਨ ਹੈ ਦੋਸਤੋ। ਨਾਗਰਿਕ ਦੀ ਗੱਲ ਹੋਈ ਹੈ ਪਹਿਲੇ ਦੀ, ਕਿਉਂਕਿ ਨਾਗਰਿਕਤਾ ਦੇ ਕੁਐਸਚਨ ਆ ਰਹੇ ਹਨ। ਤਾਂ ਪਹਿਲਾ ਨਾਗਰਿਕ ਕੌਣ ਹੁੰਦਾ ਹੈ, ਰਾਸ਼ਟਰਪਤੀ ਹੁੰਦਾ ਹੈ ਦੋਸਤੋ। ਇਹ ਯਾਦ ਰੱਖਣਾ ਹੈ, ਰਾਸ਼ਟਰਪਤੀ। ਹੁਣ ਪਹਿਲਾਂ ਨਾਗਰਿਕ ਦੀ ਗੱਲ ਕੀਤੀ, ਰਾਸ਼ਟਰਪਤੀ ਹੋਰ ਵੀ ਹੁੰਦਾ ਹੈ। ਤਾਂ ਰਾਸ਼ਟਰਪਤੀ ਕੀ ਹੈ, ਸੁਪਰੀਮ ਕਮਾਂਡਰ ਹੁੰਦਾ ਹੈ ਤਿੰਨ ਚੀਜ਼ਾਂ ਦਾ, ਇੱਕ ਆਰਮੀ ਦਾ, ਯਾਦ ਰੱਖਣਾ ਇੱਕ ਏਅਰ ਫੋਰਸ ਦਾ, ਤੇ ਤੀਸਰਾ ਨੇਵੀ ਦਾ। ਯਾਦ ਰੱਖਣਾ ਹੈ ਦੋਸਤੋ, ਨੇਵੀ ਦਾ। ਇਹਨਾਂ ਦਾ ਕੀ ਹੁੰਦਾ ਹੈ, ਇਹ ਸੁਪਰੀਮ ਕਮਾਂਡਰ ਹੁੰਦਾ ਹੈ ਦੋਸਤੋ, ਸੁਪਰੀਮ ਕਮਾਂਡਰ। ਯਾਦ ਰੱਖਣਾ ਹੈ, ਪਹਿਲਾ ਨਾਗਰਿਕ ਕੌਣ ਹੁੰਦਾ ਹੈ, ਰਾਸ਼ਟਰਪਤੀ ਹੁੰਦਾ ਹੈ। ਤਾਂ ਦੋਸਤੋ ਉਸ ਤੋਂ ਅੱਗੇ ਚੱਲਦੇ ਹਾਂ। ਇੱਥੇ ਦੇਖੋ, ਇੱਕ ਹੋਰ ਆਪਾਂ ਗੱਲ ਕਰੀਏ, ਕਰੰਟ ਅਫੇਅਰ ਦੀ ਗੱਲ ਕਰ ਲੈਂਦੇ ਹਾਂ ਦੋਸਤੋ। ਤਾਂ ਰਾਸ਼ਟਰਪਤੀ ਦਾ ਨਾਮ ਕਰੰਟ ਅਫੇਅਰ 'ਚ ਚੈੱਕ ਕਰਨਾ ਹੈ ਤੁਸੀਂ ਕਿ ਹੁਣ ਕੌਣ ਹੈ, ਦ੍ਰੌਪਦੀ ਮੁਰਮੂ ਜੀ ਹਨ ਰਾਸ਼ਟਰਪਤੀ। ਸਪੀਕਰ ਕੌਣ ਹੈ, ਓਮ ਬਿਰਲਾ ਹੈ ਸਪੀਕਰ ਹੈ। ਜੋ ਉਪ ਰਾਸ਼ਟਰਪਤੀ ਹੈ ਉਹ ਜਗਦੀਪ ਧਨਖੜ ਹੈ। ਤੇ ਪ੍ਰਧਾਨ ਮੰਤਰੀ ਨੂੰ ਤਾਂ ਤੁਸੀਂ ਭੁੱਲ ਹੀ ਨਹੀਂ ਸਕਦੇ, ਨਰਿੰਦਰ ਦਾਮੋਦਰ ਮੋਦੀ ਕਹਿਣਾ, ਨਰਿੰਦਰ ਮੋਦੀ ਨਹੀਂ ਕਹਿਣਾ, ਨਰਿੰਦਰ ਦਾਮੋਦਰ ਮੋਦੀ ਕੀ ਹੈ ਉਸਦਾ ਪੂਰਾ ਨਾਮ ਹੈ ਦੋਸਤੋ। ਤਾਂ ਅੱਗੇ ਚੱਲੀਏ, ਅਗਲਾ ਕੁਐਸਚਨ ਕਹਿੰਦਾ ਸੰਪਤੀ ਦੇ ਅਧਿਕਾਰ ਨਾਲ ਕਿਹੜੀ ਸੋਧ ਸੰਬੰਧਿਤ ਹੈ। ਤਾਂ ਦੇਖੋ ਦੋਸਤੋ, ਸੰਪਤੀ ਦਾ ਅਧਿਕਾਰ ਆਰਟੀਕਲ 31 ਦੇ ਵਿੱਚ ਹੁੰਦਾ ਸੀ, ਜੋ ਕਿ ਪਹਿਲਾਂ ਹੁੰਦਾ ਸੀ ਫੰਡਾਮੈਂਟਲ ਰਾਈਟ ਦੇ ਵਿੱਚ ਹੁੰਦਾ ਸੀ। ਕਿਉਂਕਿ ਪਹਿਲਾਂ ਫੰਡਾਮੈਂਟਲ ਰਾਈਟ ਸਾਡੇ 7 ਸਨ, ਬਟ ਹੁਣ ਕਿੰਨੇ ਰਹਿ ਗਏ, 6 ਰਹਿ ਗਏ। ਯਾਦ ਰੱਖਣਾ ਹੈ, ਫੰਡਾਮੈਂਟਲ ਰਾਈਟ ਕਿੰਨੇ ਰਹਿ ਗਏ ਸਾਡੇ, ਹੁਣ 6 ਰਹਿ ਗਏ। ਤਾਂ ਇਹ ਜੋ ਹਟਾਇਆ ਗਿਆ ਸੀ, ਇਹ 44ਵੀਂ ਸੋਧ ਦੇ ਵਿੱਚ ਹਟਾਇਆ ਗਿਆ ਸੀ। 44ਵੀਂ ਸੋਧ ਜੋ ਹੋਈ ਸੀ, ਯਾਦ ਰੱਖਣਾ ਹੈ 4 ਤੇ 4 8 1978। ਇਸ ਟ੍ਰਿਕ ਦੇ ਨਾਲ ਯਾਦ ਰੱਖਣਾ ਹੈ ਤੁਸੀਂ, ਦੋਨਾਂ ਨੂੰ ਜੋੜ ਦੇਣਾ ਹੈ। 4 ਤੇ 4 8 ਹੁੰਦੇ ਹਨ, ਤਾਂ 8 ਕੀ ਹੈ, ਪਿੱਛੇ ਹੋਣਾ ਚਾਹੀਦਾ ਹੈ। ਜੇਕਰ 42ਵੀਂ ਸੋਧ ਕਦੋਂ ਹੋਈ ਸੀ, 1950 ਦੇ ਵਿੱਚ ਸੰਵਿਧਾਨ ਬਣਿਆ। 1947 'ਚ ਕੀ ਹੈ, ਸਾਡਾ ਦੇਸ਼ ਆਜ਼ਾਦ ਹੋਇਆ। ਤੇ ਬਸ ਯਾਦ ਰੱਖਣਾ ਹੈ, ਉੱਥੇ 1976 ਜਾਂ 1978 ਪਿਆ ਹੋਵੇਗਾ। ਤੁਸੀਂ ਦੋਨਾਂ ਨੂੰ ਯਾਦ ਰੱਖਣਾ ਹੈ। ਜੇਕਰ 42ਵੀਂ ਸੋਧ ਆ ਗਈ ਤਾਂ 4 ਤੇ 2 ਕਿੰਨਾ ਹੁੰਦਾ ਹੈ, 6 ਹੁੰਦਾ ਹੈ।
ਤਾਂ ਮਗਰ ਉੱਥੇ 6 ਦਿੱਤਾ ਹੋਵੇਗਾ। ਤਾਂ ਇਹ ਸਨ ਨਿੱਕੀਆਂ ਨਿੱਕੀਆਂ ਗੱਲਾਂ ਜੋ ਕਿ ਤੁਹਾਨੂੰ ਬਹੁਤ ਅੱਗੇ ਲੈ ਕੇ ਜਾ ਸਕਦੇ ਨੇ। ਉਸ ਤੋਂ ਅਗਲਾ ਕੁਐਸਚਨ ਕਹਿੰਦਾ ਹੈ, ਭਾਰਤੀ ਸੰਵਿਧਾਨ ਵਿੱਚ ਕਿਹੜੀ ਨਾਗਰਿਕਤਾ ਪ੍ਰਦਾਨ ਕੀਤੀ ਜਾਂਦੀ ਹੈ। ਤਾਂ ਦੋਸਤੋ ਹੁਣ ਤੁਹਾਨੂੰ ਕੁਐਸਚਨ ਆ ਰਿਹਾ ਹੈ ਵਾਰ-ਵਾਰ, ਕਈ ਸ਼ਿਫਟਾਂ 'ਚ ਆਇਆ ਹੈ ਨਾਗਰਿਕਤਾ ਦਾ। ਤਾਂ ਆਉਣਾ ਬਣਦਾ ਵੀ ਹੈ, ਨਾਗਰਿਕਤਾ ਹੈ ਜੋ ਕੀ ਹੈ ਏਕਲ ਅਧਿਕਾਰ ਹੈ ਇੰਡੀਆ ਦੇ ਵਿੱਚ, ਮਤਲਬ ਕੀ ਹੈ ਇੰਡੀਆ ਦੇ ਵਿੱਚ ਸਿੰਗਲ ਸਿਟੀਜ਼ਨਸ਼ਿਪ ਹੈ। ਤਾਂ ਕਮੈਂਟ ਬਾਕਸ 'ਚ ਦੱਸ ਦਿਓ ਅਸੀਂ ਸਿਟੀਜ਼ਨਸ਼ਿਪ ਕਿੱਥੋਂ ਲਈ ਹੈ ਦੋਸਤੋ, ਬੋਰੋ ਕੀਤੀ ਹੈ ਤਾਂ ਕਿੱਥੋਂ ਕੀਤੀ ਹੈ। ਤੇ ਜੇਕਰ ਦੂਰੀ ਨਾਗਰਿਕਤਾ ਦੀ ਗੱਲ ਕੀਤੀ ਜਾਵੇ, ਡਿਊਲ ਸਿਟੀਜ਼ਨਸ਼ਿਪ, ਤਾਂ USA ਦੇ ਵਿੱਚ ਹੈ, ਯੂਨਾਈਟਿਡ ਸਟੇਟ ਅਮਰੀਕਾ ਦੇ ਵਿੱਚ ਹੈ ਦੋਸਤੋ। ਉੱਥੇ ਪਹਿਲਾਂ ਸਟੇਟ ਦੇ ਵਿੱਚ, ਕਿਉਂਕਿ ਯੂਨਾਈਟਿਡ ਸਟੇਟ ਕਾਫੀ ਸਟੇਟਾਂ ਨੂੰ ਕੀ ਹੈ ਰਲਾ ਕੇ ਬਣਾਇਆ ਗਿਆ ਹੈ, ਤਾਂ ਹਰੇਕ ਸਟੇਟ ਦੀ ਪਹਿਲਾਂ ਨਾਗਰਿਕਤਾ ਲੈਣੀ ਪੈਂਦੀ ਹੈ, ਉਸ ਤੋਂ ਮਗਰੋਂ ਕੀ ਹੈ USA ਦੀ ਨਾਗਰਿਕਤਾ ਮਿਲਦੀ ਹੈ। ਤਾਂ ਉੱਥੇ ਕੀ ਹੈ ਦੂਰੀ ਨਾਗਰਿਕਤਾ ਹੈ, ਬਟ ਆਪਣੀ ਕੀ ਹੈ ਏਕਲ ਨਾਗਰਿਕਤਾ ਹੈ। ਤਾਂ ਦੋਸਤੋ ਯਾਦ ਰੱਖਣਾ ਹੈ ਏਕਲ ਨਾਗਰਿਕਤਾ, ਬਹੁਤ ਇੰਪੋਰਟੈਂਟ ਕੁਐਸਚਨ ਹੈ। ਮੈਂ ਤੁਹਾਨੂੰ ਦੱਸ ਰਿਹਾ TCS ਕੀ ਹੈ, ਕੁਐਸਚਨ ਬੜੇ ਵਧੀਆ ਸੈੱਟ ਕਰਕੇ ਰੱਖੇ ਹੋਏ ਹਨ ਰਾਜਨੀਤੀ ਦੇ ਉਸਨੇ। ਤਾਂ ਕੋਈ ਮਰਜ਼ੀ ਸੈਂਟਰ ਦਾ ਐਗਜ਼ਾਮ ਲੈ ਲਈਏ, ਉਸ ਦੇ ਵਿੱਚ ਇਹ ਆ ਰਹੇ ਹਨ। TCS ਕੰਡਕਟ ਕਰਵਾ ਰਿਹਾ ਹੈ, ਤਾਂ ਪੰਜਾਬ ਪੁਲਿਸ ਦਾ ਵੀ ਉਹ ਕਰਵਾ ਰਿਹਾ। ਤਾਂ ਦੇਖੋ ਦੋਸਤੋ ਅਗਲਾ ਕੁਐਸਚਨ ਕਹਿੰਦਾ ਹੈ, ਭਾਰਤੀ ਸੰਵਿਧਾਨ ਨੂੰ ਬਣਨ ਵਿੱਚ ਕਿੰਨਾ ਸਮਾਂ ਲੱਗਾ। ਤਾਂ ਬਹੁਤ ਇੰਪੋਰਟੈਂਟ ਕੁਐਸਚਨ ਹੈ ਦੋਸਤੋ। ਸੰਵਿਧਾਨ ਬਣਾਇਆ ਕਿਹਨੇ ਸੀ, ਸਾਰਿਆਂ ਨੂੰ ਪਤਾ ਹੈ, ਡਾਕਟਰ BR ਅੰਬੇਦਕਰ ਜੀ ਨੇ ਬਣਾਇਆ ਸੀ। ਤਾਂ ਇਹ ਬਣ ਗਿਆ। ਡਰਾਫਟਿੰਗ ਕਮੇਟੀ ਕੀ ਹੈ, ਡਰਾਫਟਿੰਗ ਕਮੇਟੀ ਯਾਦ ਰੱਖਣੀ ਹੈ। ਕਿੰਨੇ ਮੈਂਬਰ ਸਨ ਉਹ ਯਾਦ ਰੱਖਣਾ ਹੈ। ਇੱਕ ਚੇਅਰਮੈਨ ਸੀ, ਖੁਦ ਆਪ ਸਨ ਇਹ, ਤੇ ਬਾਕੀ ਕੀ ਆ ਮੈਂਬਰ ਸਨ। ਤਾਂ ਦੇਖੋ ਦੋਸਤੋ ਇੱਥੇ ਹੁਣ ਕੀ ਹੈ ਕਨਫਿਊਜ਼ ਨਹੀਂ ਹੋਣਾ, 2 ਸਾਲ 11 ਮਹੀਨੇ 18 ਦਿਨ ਕੀ ਹੈ ਇਸਦਾ ਰਾਈਟ ਆਂਸਰ ਹੋਵੇਗਾ, ਕਿਉਂਕਿ 2 ਸਾਲ ਤੋਂ ਬਾਅਦ 11 ਮਹੀਨੇ ਇਸ ਤਰ੍ਹਾਂ ਯਾਦ ਰੱਖਣਾ ਹੈ। 18 ਮਹੀਨੇ ਕਈ ਲਾ ਆਉਂਦੇ ਹਨ, ਤਾਂ ਦੇਖਣਾ ਹੈ ਸਾਲ ਸਾਡਾ 12 ਮਹੀਨਿਆਂ ਦਾ ਹੁੰਦਾ ਹੈ, ਜੇ 18 ਮਹੀਨੇ ਹੁੰਦੇ ਤਾਂ ਕੀ ਇੱਥੇ 3 ਸਾਲ ਹੋ ਜਾਣੇ ਸੀ। ਬਟ ਕੀ ਹੈ 11 ਮਹੀਨੇ ਤੇ 18 ਦਿਨ, ਇਹ ਕੀ ਹੋ ਜਾਵੇਗਾ ਸਾਡਾ ਰਾਈਟ ਆਂਸਰ ਹੋ ਜਾਵੇਗਾ ਦੋਸਤੋ। ਉਸ ਤੋਂ ਅੱਗੇ ਦੇਖਿਆ ਜਾਏ ਤਾਂ ਅਗਲਾ ਕੁਐਸਚਨ ਕਹਿੰਦਾ ਹੈ, ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਦੇਸ਼ ਦਾ ਕਿਹੜਾ ਨਾਮ ਲਿਖਿਆ ਹੈ। ਤਾਂ ਬੜਾ ਵਧੀਆ ਕੁਐਸਚਨ ਹੈ। ਹੁਣ ਪ੍ਰਸਤਾਵਨਾ ਹੈ, ਪ੍ਰਸਤਾਵਨਾ ਦੇ ਵਿੱਚ ਕੀ ਹੈ, ਪਹਿਲੀ ਗੱਲ ਤਾਂ ਪਤਾ ਹੋਣਾ ਪ੍ਰਸਤਾਵਨਾ ਕੀ ਹੈ, ਇੱਕ ਸਾਰ ਹੈ, ਅਸੈਂਸ ਹੈ ਇਹ ਸਾਡੇ ਸੰਵਿਧਾਨ ਦਾ, ਜਿਸ ਤਰ੍ਹਾਂ ਕਿ ਇੰਡੈਕਸ ਵੀ ਕਿਹਾ ਜਾ ਸਕਦਾ ਇਸ ਨੂੰ। ਤਾਂ ਇੰਡੈਕਸ ਵੀ ਕਿਹਾ ਜਾ ਸਕਦਾ ਹੈ। ਤਾਂ ਪ੍ਰਸਤਾਵਨਾ ਵਿੱਚ ਸਾਡੇ ਦੇਸ਼ ਦਾ ਕਿਹੜਾ ਨਾਮ ਲਿਖਿਆ ਗਿਆ, ਬੜੀ ਵਾਰ ਕੁਐਸਚਨ ਹੈ। ਭਾਰਤ ਅਤੇ ਭਾਰਤ ਵਰਸ਼ ਗਲਤ ਹੋ ਜਾਵੇਗਾ, ਭਾਰਤ ਅਤੇ ਹਿੰਦੁਸਤਾਨ, ਹਿੰਦੁਸਤਾਨ ਦਾ ਜ਼ਿਕਰ ਹੀ ਨਹੀਂ ਹੋਇਆ। ਭਾਰਤ ਅਤੇ ਇੰਡੀਆ ਇਹ ਯਾਦ ਰੱਖਣਾ ਹੈ ਦੋਸਤੋ, ਭਾਰਤ ਅਤੇ ਇੰਡੀਆ ਕੀ ਹੈ ਰਾਈਟ ਆਂਸਰ ਹੈ। ਜੇਕਰ ਗੱਲ ਕੀਤੀ ਜਾਵੇ ਤਾਂ ਦੋਸਤੋ ਆਰਟੀਕਲ ਹੈ ਜੋ 1 ਦੇ ਵਿੱਚ ਕੀ ਹੈ ਕਿਹਾ ਗਿਆ ਹੈ, ਇੰਡੀਆ ਇਜ਼ ਭਾਰਤ। ਤਾਂ ਆਰਟੀਕਲ 1 ਦੇ ਵਿੱਚ ਕਿਹਾ ਗਿਆ ਹੈ, ਕਿਉਂਕਿ 1 ਤੋਂ 4 ਤੱਕ ਕੀ ਹੈ ਸਾਡਾ ਸੰਘ, ਮਤਲਬ ਕਿ ਕੇਂਦਰ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਬਾਰੇ ਗੱਲ ਹੋਈ ਹੈ। 1 ਤੋਂ ਲੈ ਕੇ 4 ਤੱਕ ਯਾਦ ਰੱਖਣਾ ਹੈ ਦੋਸਤੋ। ਅੱਗੇ ਗੱਲ ਕਰੀਏ ਤਾਂ ਕਹਿੰਦਾ ਹੈ, ਸੰਵਿਧਾਨ ਸਭਾ ਦੀ ਪਹਿਲੀ ਬੈਠਕ ਕਦੋਂ ਹੋਈ ਸੀ। ਤਾਂ ਬੜਾ ਵਧੀਆ ਕੁਐਸਚਨ ਹੈ। ਹੁਣ ਸੰਵਿਧਾਨ ਸਭਾ, ਸਭ ਤੋਂ ਪਹਿਲਾਂ ਤਾਂ ਸੰਵਿਧਾਨਕ ਅਸੈਂਬਲੀ ਬਣੀ ਸੀ, ਤਾਂ ਕਿਸ ਨੇ ਬਣਾਈ ਸੀ, ਕੈਬਨਿਟ ਮਿਸ਼ਨ ਪਲਾਨ ਆਇਆ ਸੀ। ਉਸ ਦੇ ਵਿੱਚ ਕੀ ਆ 3 ਮੈਂਬਰ ਸਨ, 3 ਮੈਂਬਰ। ਇੱਕ ਸੀ ਪੈਥਿਕ ਲਾਰੈਂਸ, ਅਲੈਗਜ਼ੈਂਡਰ ਅਲੈਗਜ਼ੈਂਡਰ ਤੇ ਸਟੈਫੋਰਡ ਕ੍ਰਿਪਸ ਸੀ, 3 ਜਾਣੇ ਸਨ। ਤਾਂ ਜੋ ਸੀ ਪਹਿਲਾ ਸੀ ਉਹ ਕੀ ਸੀ, ਚੇਅਰਮੈਨ ਸੀ। ਤਾਂ ਦੇਖੋ ਦੋਸਤੋ ਇੱਥੇ ਕੀ ਹੈ, ਹੁਣ ਯਾਦ ਰੱਖਣਾ ਹੈ ਤੁਸੀਂ 9 ਦਸੰਬਰ 1946 ਨੂੰ ਕੀ ਹੋ ਗਿਆ ਸੀ, ਸਾਡੀ ਸੰਵਿਧਾਨ ਸਭਾ ਦੀ ਪਹਿਲੀ ਬੈਠਕ ਹੋਈ ਸੀ 9 ਦਸੰਬਰ 1946 ਨੂੰ। ਤਾਂ ਉਦੋਂ ਹੋਇਆ ਕੀ ਸੀ, ਉਦੋਂ ਯਾਦ ਰੱਖਣਾ ਹੈ ਟੈਂਪਰੇਰੀ ਪ੍ਰੈਜ਼ੀਡੈਂਟ ਬਣਾਇਆ ਗਿਆ ਸੀ, ਟੈਂਪਰੇਰੀ ਯਾਦ ਰੱਖਣਾ ਹੈ। ਤੇ ਕਿਸ ਨੂੰ ਬਣਾਇਆ ਗਿਆ ਸੀ, ਸਚਿਦਾਨੰਦ ਸਿਨਹਾ ਨੂੰ, ਸਚਿਦਾਨੰਦ ਸਿਨਹਾ। ਤਾਂ ਇਹ ਵੀ ਯਾਦ ਰੱਖਣਾ ਸਚਿਦਾਨੰਦ ਸਿਨਹਾ, ਕਿਉਂਕਿ ਇਹ ਟੈਂਪਰੇਰੀ ਬਣਾਇਆ ਗਿਆ ਸੀ। ਤੇ ਦੂਸਰੀ ਸਭਾ ਕਦੋਂ ਹੋਈ ਸੀ, ਉਦੋਂ ਕੀ ਆ 2 ਦਿਨਾਂ ਬਾਅਦ ਹੀ ਹੋ ਗਈ ਸੀ, 11 ਦਸੰਬਰ 1946 ਨੂੰ। ਤੇ ਉਦੋਂ ਬਣਾਇਆ ਗਿਆ ਸੀ, ਪ੍ਰੈਜ਼ੀਡੈਂਟ ਸੀ ਜੋ ਡਾਕਟਰ ਰਾਜਿੰਦਰ ਪ੍ਰਸਾਦ ਜੀ ਕੀ ਆ ਪ੍ਰੈਜ਼ੀਡੈਂਟ ਬਣ ਗਏ ਸਨ। ਤਾਂ ਡਾਕਟਰ ਰਾਜਿੰਦਰ ਪ੍ਰਸਾਦ, ਤਾਂ ਇਹ ਕੀ ਸਨ, ਪਰਮਾਨੈਂਟ ਸਨ, ਯਾਦ ਰੱਖਣਾ ਹੈ ਪਰਮਾਨੈਂਟ ਬਣਾਏ ਗਏ ਸਨ। ਤਾਂ ਹੁਣ ਸੰਵਿਧਾਨਕ ਅਸੈਂਬਲੀ ਦਾ ਜੋ ਚੇਅਰਮੈਨ ਸੀ ਉਹ ਤੁਹਾਨੂੰ ਮੈਂ ਦੱਸਿਆ ਪੈਥਿਕ ਲਾਰੈਂਸ, ਜੋ ਕਿ ਪੈਥਿਕ ਲਾਰੈਂਸ ਸੀ। ਇਹ ਕੀ ਸੀ,
ਸਭਾ ਦਾ ਮਤਲਬ ਕੀ ਹੈ ਸੰਵਿਧਾਨ ਅਸੈਂਬਲੀ ਕੈਬਨਿਟ ਮਿਸ਼ਨ ਪਲਾਨ ਕਹਿ ਸਕਦੇ ਹਾਂ। ਉਸ ਦੇ ਵਿੱਚ ਕੀ ਹੈ ਚੇਅਰਮੈਨ ਸੀ ਜੋ ਤਿੰਨਾਂ ਚੋਂ ਇੱਕ ਸੀ, ਦੋ ਹੋਰ ਸੀ, ਇੱਕ ਅਲੈਗਜ਼ੈਂਡਰ ਸੀ, ਇੱਕ ਕ੍ਰਿਪਸ ਸੀ। ਤਾਂ ਅੱਗੇ ਚੱਲਦੇ ਹਾਂ ਦੋਸਤੋ, ਅਗਲਾ ਕੁਐਸਚਨ ਕਹਿੰਦਾ ਦੋਸਤੋ ਜੇਕਰ ਵਧੀਆ ਲੱਗ ਰਿਹਾ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ, ਤਾਂ ਜੋ ਕੀ ਹੈ ਸਾਰਿਆਂ ਨੂੰ ਇਹ ਪਤਾ ਲੱਗ ਸਕੇ। TCS ਦੀਆਂ ਚੀਕਾਂ ਕਢਾ ਦਿਓ ਦੋਸਤੋ, ਤੁਸੀਂ ਸਿੱਧੀ ਜੀ ਗੱਲ ਹੈ, ਪੇਪਰ ਬੁੱਕਸ ਦੇ ਵਿੱਚੋਂ ਹੀ ਆ ਰਿਹਾ, ਇੱਕ ਤੋਂ ਬਾਹਰੋਂ ਨਹੀਂ ਆ ਰਿਹਾ। ਸਾਡੇ ਭਾਰਤ ਦਾ ਸੰਵਿਧਾਨ ਹੈ। ਤਾਂ ਦੋਸਤੋ ਅਗਲਾ ਕੁਐਸਚਨ ਕਹਿੰਦਾ ਹੈ 8ਵਾਂ ਕੁਐਸਚਨ, ਭਾਰਤ ਦਾ ਮੂਲ ਸੰਵਿਧਾਨ ਕਿੱਥੇ ਪ੍ਰਕਾਸ਼ਿਤ ਹੋਇਆ ਸੀ। ਤਾਂ ਜੋ ਮੂਲ ਸੰਵਿਧਾਨ ਬੜਾ ਵਧੀਆ ਕੁਐਸਚਨ ਹੈ, ਕਿਤੇ ਵੀ ਨਹੀਂ ਮਿਲਦਾ। ਜੋ ਕੀ ਹੈ ਚੰਗੀ ਤਰ੍ਹਾਂ ਪੜ੍ਹੇਗਾ ਲਕਸ਼ਮੀ ਕਾਂਤ ਨੂੰ ਤਾਂ ਉੱਥੇ ਉਸ ਨੂੰ ਪਤਾ ਲੱਗੇਗਾ ਹੁਣ ਮੂਲ ਸੰਵਿਧਾਨ ਕਿੱਥੇ ਪ੍ਰਕਾਸ਼ਿਤ ਹੋਇਆ ਸੀ। ਤਾਂ ਦੋਸਤੋ ਇਹ ਦੇਹਰਾਦੂਨ ਦੇ ਵਿੱਚ ਹੋਇਆ ਸੀ, ਯਾਦ ਰੱਖਣਾ ਹੈ। ਜੇਕਰ ਦੇਹਰਾਦੂਨ ਨਾ ਦਿੱਤਾ ਹੋਇਆ ਤਾਂ ਉੱਥੇ ਉੱਤਰਾਖੰਡ ਤਾਂ ਹੋਵੇਗਾ ਨਾ, ਉੱਤਰਾਖੰਡ ਦੇ ਵਿੱਚ ਕੀ ਹੈ ਪ੍ਰਕਾਸ਼ਿਤ ਹੋਇਆ ਸੀ ਮੂਲ ਸੰਵਿਧਾਨ ਸੀ ਜੋ। ਉਸ ਤੋਂ ਅੱਗੇ ਦੇਖਿਆ ਜਾਵੇ ਦੋਸਤੋ, ਕਹਿੰਦਾ ਹੈ ਸੰਵਿਧਾਨ ਦੇ ਕਿਸ ਭਾਗ ਵਿੱਚ ਰਾਜਾਂ ਦੇ ਨੀਤੀ ਨਿਰਦੇਸ਼ ਨੂੰ ਰੱਖਿਆ ਗਿਆ ਹੈ। ਤਾਂ ਬਹੁਤ ਵਧੀਆ ਕੁਐਸਚਨ ਹੈ। ਤਾਂ ਰਾਜਾਂ ਦੇ ਨੀਤੀ ਨਿਰਦੇਸ਼ ਹਨ ਜੋ, ਦੇਖੋ ਇੱਥੇ 2 ਦੇ ਵਿੱਚ ਕੀ ਹੈ ਨਾਗਰਿਕਤਾ ਦਾ ਆ ਗਿਆ ਹੈ ਕੁਐਸਚਨ, ਨਾਗਰਿਕਤਾ ਭਾਗ ਦੂਜੇ ਦੇ ਵਿੱਚ ਨਾਗਰਿਕਤਾ ਬਾਰੇ ਕੀ ਹੈ ਗੱਲ ਕੀਤੀ ਗਈ ਹੈ। ਭਾਗ ਤੀਜੇ ਦੇ ਵਿੱਚ ਕੀ ਹੈ ਸਾਡੀ ਫੰਡਾਮੈਂਟਲ ਰਾਈਟ ਦੀ ਗੱਲ ਕੀਤੀ ਗਈ ਹੈ। ਭਾਗ 4 ਦੇ ਵਿੱਚ ਕੀ ਹੈ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ ਹੈ, ਮਤਲਬ ਕੀ ਹੈ ਰਾਜਾਂ ਦੇ ਨੀਤੀ ਨਿਰਦੇਸ਼ ਹਨ। ਤਾਂ ਕੀ ਹੈ ਭਾਗ 4 ਕੀ ਹੋ ਜਾਵੇਗਾ, ਸਾਡਾ ਆਨਸਰ ਹੋ ਜਾਵੇਗਾ ਦੋਸਤੋ। ਤਾਂ ਹੁਣ ਇੱਥੇ ਕੀ ਹੈ ਸਮਝਣ ਵਾਲੀ ਗੱਲ ਇਹ ਹੈ, ਤੁਸੀਂ ਸਾਰੇ ਆਰਟੀਕਲ ਨਾ ਯਾਦ ਕਰਿਓ ਡਾਇਰੈਕਟਰ ਪ੍ਰਿੰਸੀਪਲ ਦੇ, ਕਿਉਂਕਿ TCS ਦੇ ਅਕੋਰਡਿੰਗ ਦੱਸ ਰਿਹਾ ਦੋਸਤੋ। ਦੇਖੋ ਇੱਕ ਆਰਟੀਕਲ ਕਿਹੜੇ ਕਿਹੜੇ ਪੁੱਛੇ ਜਾ ਸਕਦੇ ਹਨ। ਤਾਂ ਇੱਕ ਤਾਂ ਪੁੱਛਿਆ ਜਾਂਦਾ ਹੈ ਆਰਟੀਕਲ 40 ਜੋ ਕੀ ਹੈ ਪੰਚਾਇਤਾਂ ਦੇ ਨਾਲ ਸੰਬੰਧਿਤ ਹੈ, ਪੰਚਾਇਤਾਂ ਨਾਲ ਸੰਬੰਧਿਤ ਹੈ ਦੋਸਤੋ। ਤਾਂ ਯਾਦ ਰੱਖਣਾ ਹੈ ਪਹਿਲੀ ਪੰਚਾਇਤ ਹੈ 2 ਅਕਤੂਬਰ 1959 ਨੂੰ ਬਣੀ ਸੀ। ਕਿੱਥੇ ਬਣੀ ਸੀ ਦੋਸਤੋ, ਰਾਜਸਥਾਨ ਦੇ ਵਿੱਚ ਬਣੀ ਸੀ। ਰਾਜਸਥਾਨ ਦੇ ਵਿੱਚ ਕਿਹੜਾ ਸੀ, ਨਾਗੌਰ ਜ਼ਿਲ੍ਹਾ ਸੀ, ਨਾਗੌਰ ਦੇ ਵਿੱਚ ਬਣੀ ਸੀ। ਬਹੁਤ ਇੰਪੋਰਟੈਂਟ ਕੁਐਸਚਨ ਹੈ ਇਹ। ਅੱਗੇ ਗੱਲ ਕੀਤੀ ਜਾਵੇ ਤਾਂ ਹੁਣ ਆਰਟੀਕਲ ਦੀ ਗੱਲ ਕਰ ਰਹੇ ਸੀ, ਤਾਂ ਆਰਟੀਕਲ ਕੀ ਹੈ ਇੱਕ ਤਾਂ 40 ਹੈ ਜੋ ਕਿਸ ਦੇ ਨਾਲ ਰਿਲੇਟਡ ਹੈ, ਪੰਚਾਇਤਾਂ ਦੇ ਨਾਲ ਰਿਲੇਟਡ ਹੈ। ਇੱਕ ਆਰਟੀਕਲ ਕੀ ਹੈ 45 ਹੈ। 45 ਕੀ ਹੈ ਦੋਸਤੋ, ਇੱਥੇ ਕੀ ਹੈ 0 ਤੋਂ ਲੈ ਕੇ ਆਪਾਂ ਮਤਲਬ ਕੀ ਹੈ 6 ਸਾਲ ਦੇ ਬੱਚਿਆਂ ਦੀ ਪੜ੍ਹਾਈ ਮੁਫਤ ਹੋ ਸਕੇ, ਡਾਇਰੈਕਟਿਵ ਪ੍ਰਿੰਸੀਪਲ 'ਚ ਕਿਹਾ ਗਿਆ ਹੈ। ਇੱਕ ਇੱਥੇ ਦੇਖਿਆ ਜਾਵੇ 44 ਆਰਟੀਕਲ, 44 ਮਤਲਬ ਕੀ ਹੈ 2 ਚੌਕੇ ਆ ਗਏ ਤਾਂ ਦੋਨੋਂ ਕੀ ਆ ਸਮਾਨ ਹੋ ਗਏ ਨਾ, ਇਕੁਅਲ ਹੋ ਗਏ। ਤਾਂ ਇੱਥੇ ਕੀ ਹੈ ਸਮਾਨ ਵੇਤਨ ਦੀ ਗੱਲ ਕੀਤੀ ਗਈ ਹੈ, ਸਮਾਨ ਕੰਮ ਮਿਲਣਗੇ। ਤਾਂ ਇਹ 3 ਹੋ ਗਏ ਦੋਸਤੋ। ਤੇ ਇੱਕ ਕੀ ਹੋ ਗਿਆ ਆਰਟੀਕਲ 51 ਹੈ। ਤਾਂ 51 ਕੀ ਹੈ ਬਹੁਤ ਇੰਪੋਰਟੈਂਟ ਹੈ। ਇਹ ਕੀ ਹੈ ਸਾਡਾ ਇੰਟਰਨੈਸ਼ਨਲ ਮੁੱਦਿਆਂ ਦੇ ਨਾਲ ਸੰਬੰਧਿਤ ਹੈ, ਜੋ ਵੀ ਕੀ ਹੈ ਇੰਟਰਨੈਸ਼ਨਲ ਸੰਸਥਾਵਾਂ ਆਉਂਦੀਆਂ ਹਨ 51 ਦੇ ਵਿੱਚ ਅਸੀਂ ਕਰ ਸਕਦੇ ਹਾਂ। ਜਿਸ ਤਰ੍ਹਾਂ ਕਿ ਰਾਮਸਰ ਸਤਲੁਜ ਐਲਾਨਿਆ ਗਿਆ ਸੀ ਤਾਂ 51 ਦੇ ਵਿੱਚ ਹੈ ਇਹ। ਤਾਂ ਦੋਸਤੋ ਜੋ 4A ਹੈ ਇਹ ਕਿਸ ਦੇ ਨਾਲ ਸੰਬੰਧਿਤ ਹੈ, ਇਹ ਤੁਸੀਂ ਕਮੈਂਟ ਬਾਕਸ 'ਚ ਦੱਸ ਦਿਓ। ਅੱਗੇ ਚੱਲਦੇ ਹਾਂ ਆਪਾਂ, ਸੰਵਿਧਾਨ ਦੇ ਕਿਸ ਭਾਗ ਵਿੱਚ ਸੰਵਿਧਾਨ ਸੰਸ਼ੋਧਨ ਪ੍ਰਕਿਰਿਆ ਦਾ ਉਲੇਖ ਮਿਲਦਾ ਹੈ। ਤਾਂ ਇਹ ਵੀ ਬੜਾ ਇੰਪੋਰਟੈਂਟ ਕੁਐਸਚਨ ਹੈ ਦੋਸਤੋ। ਸਭ ਤੋਂ ਪਹਿਲਾਂ ਤਾਂ ਸੰਵਿਧਾਨ ਨੂੰ ਸੋਧਿਆ ਜਾਂਦਾ ਹੈ, ਸੰਸ਼ੋਧਨ ਕੀਤਾ ਜਾਂਦਾ ਹੈ, ਇਹ ਕਿਹੜਾ ਆਰਟੀਕਲ ਹੈ 368 ਦੇ ਵਿੱਚ ਕੀ ਹੈ ਇਸ ਦੀ ਗੱਲ ਹੁੰਦੀ ਹੈ। ਦੂਜੀ ਗੱਲ ਦੇਖਿਓ ਸੰਸ਼ੋਧਨ ਕਿਹਾ ਗਿਆ ਹੈ ਮਤਲਬ ਕੀ ਹੈ ਮਹਾਤਮਾ ਗਾਂਧੀ ਜੀ ਕਿੱਥੇ ਗਏ ਸੀ, ਸਾਊਥ ਅਫਰੀਕਾ ਗਏ ਸੀ। ਤਾਂ ਕੀ ਆ ਉਹਨਾਂ ਨੇ ਉੱਥੇ ਜਾ ਕੇ ਸੰਸ਼ੋਧਨ ਕੀਤਾ ਸੀ, ਤਾਂ ਉੱਥੇ ਅੰਦੋਲਨ ਕੀਤਾ ਸੀ। ਤਾਂ ਕਿੱਥੋਂ ਲਿਆ ਗਿਆ ਹੈ ਯਾਦ ਰੱਖਣਾ ਦੋਸਤੋ, ਟ੍ਰਿਕ ਹੈ ਸਾਊਥ ਅਫਰੀਕਾ ਤੋਂ ਕੀ ਹੈ ਸੰਸ਼ੋਧਨ ਲਿਆ ਗਿਆ ਹੈ। ਸੰਵਿਧਾਨ ਨੂੰ ਸੋਧਣ ਦੀ ਗੱਲ ਸਾਊਥ ਅਫਰੀਕਾ ਤੋਂ ਲਈ ਗਈ ਹੈ, ਬੋਰੋ ਕੀਤਾ ਗਿਆ ਹੈ। 368 ਆਰਟੀਕਲ ਹੈ। ਜੇਕਰ ਗੱਲ ਕੀਤੀ ਜਾਵੇ ਤਾਂ ਸੰਵਿਧਾਨ ਸੰਸ਼ੋਧਨ ਪ੍ਰਕਿਰਿਆ ਦਾ ਉਲੇਖ ਮਿਲਦਾ ਹੈ, ਤਾਂ ਇਹ ਮਿਲਦਾ ਹੈ ਦੋਸਤੋ ਆਰਟੀਕਲ ਭਾਗ 20 ਦੇ ਵਿੱਚ ਕੀ ਹੈ ਇਸ ਦੀ ਗੱਲ ਹੋਈ ਹੈ। ਤਾਂ ਕੀ ਹੈ ਇਸ ਨੂੰ ਯਾਦ ਰੱਖਣਾ ਹੈ। ਅੱਗੇ ਗੱਲ ਕੀਤੀ ਜਾਵੇ ਕਹਿੰਦਾ ਹੈ 11ਵਾਂ ਕੁਐਸਚਨ ਹੈ ਜੋ 11ਵਾਂ ਕੁਐਸਚਨ ਹੈ ਦੋਸਤੋ, ਆਹ ਕੀ ਹੈ ਸੌਰੀ ਇਹ 11ਵਾਂ ਕੁਐਸਚਨ ਹੈ। 11ਵਾਂ ਕੁਐਸਚਨ ਕਹਿੰਦਾ ਹੈ ਤੁਹਾਨੂੰ 11ਵੇਂ ਕੁਐਸਚਨ ਦੇ ਵਿੱਚ ਇਹੀ ਕਿਹਾ ਗਿਆ ਹੈ ਕਿ
74ਵੀਂ ਸੰਵਿਧਾਨ ਸੰਸ਼ੋਧਨ ਪ੍ਰਕਿਰਿਆ ਦੁਆਰਾ ਕਿਹੜੀ ਅਨੁਸੂਚੀ ਜੋੜੀ ਗਈ ਸੀ? ਤਾਂ ਦੋਸਤੋ 73ਵੀਂ ਤਾਂ ਤੁਹਾਨੂੰ ਕੀ ਹੈ ਬਣ ਗਿਆ ਹੈ ਕੁਐਸਚਨ। ਤਾਂ ਕਦੋਂ ਹੋਈ ਸੀ? 1992 ਦੇ ਵਿੱਚ ਹੋਈ ਸੀ। ਤੇ ਉਹ ਕਿਹਦੇ ਨਾਲ ਰਿਲੇਟਡ ਸੀ? ਪੰਚਾਇਤਾਂ ਦੇ ਨਾਲ ਰਿਲੇਟਡ ਸੀ। ਉਸ ਤੋਂ ਬਾਅਦ ਕੀ ਹੈ 74ਵੀਂ ਹੋਊਗੀ, ਤਾਂ ਇਹ ਵੀ ਕੀ ਹੈ 1992 ਚ ਹੋਈ, ਬਟ ਕੀ ਹੈ ਇਹ ਮਿਊਨਿਸਪਲ ਕਮੇਟੀਜ਼ ਦੇ ਨਾਲ ਸੰਬੰਧਿਤ ਹੈ, ਨਗਰ ਪਾਲਿਕਾਵਾਂ ਦੇ ਨਾਲ ਸੰਬੰਧਿਤ ਹੈ। ਤੇ ਜੇਕਰ ਸ਼ਡਿਊਲ ਦੀ ਗੱਲ ਕੀਤੀ ਜਾਵੇ ਤਾਂ ਦੋਸਤੋ ਕੀ ਹੈ ਸ਼ਡਿਊਲ ਦੀ ਇੱਕ ਟ੍ਰਿਕ ਯਾਦ ਰੱਖਣੀ ਹੈ ਤੁਸੀਂ। ਬਸ ਕੀ ਯਾਦ ਰੱਖਣਾ ਹੈ ਇੱਥੇ 11 ਅਤੇ 12, ਕਿਉਂਕਿ ਸਾਡੇ ਸ਼ਡਿਊਲ ਟੋਟਲ ਕਿੰਨੇ ਹਨ? 12 ਹਨ। 11ਵਾਂ ਸ਼ਡਿਊਲ ਪੰਚਾਇਤਾਂ ਦੀ ਗੱਲ ਕਰਦਾ ਹੈ, 12ਵਾਂ ਕੀ ਹੈ ਮਿਊਨਿਸਪਲ ਕਮੇਟੀ ਦੀ ਗੱਲ ਕਰਦਾ ਹੈ। ਤਾਂ ਕੀ ਹੈ ਇੱਥੇ 74ਵੀਂ ਸੰਵਿਧਾਨ ਦੀ ਗੱਲ ਹੋਈ ਹੈ ਪ੍ਰਕਿਰਿਆ ਦਾ ਕਿਹੜੀ ਅਨੁਸੂਚੀ ਜੋੜੀ ਗਈ ਸੀ? ਤਾਂ 74ਵੀਂ ਦੇ ਵਿੱਚ ਕੀ ਹੈ 12ਵੀਂ ਅਨੁਸੂਚੀ ਕੀ ਹੈ ਜੋੜੀ ਗਈ ਸੀ। ਯਾਦ ਰੱਖਣਾ ਹੈ ਦੋਸਤੋ। ਉਸ ਤੋਂ ਅੱਗੇ ਚੱਲੇ ਜਾਵੇ ਤਾਂ ਕਹਿੰਦਾ ਹੈ ਕਿ 12ਵਾਂ ਕੁਐਸਚਨ ਕਹਿ ਰਿਹਾ ਹੈ ਨਵੇਂ ਰਾਜ ਦਾ ਗਠਨ ਜਾਂ ਸੀਮਾ ਨਿਰਧਾਰਤ ਕਰਨ ਦਾ ਹੱਕ ਕਿਸ ਕੋਲ ਹੈ? ਤਾਂ ਦੋਸਤੋ ਇਸ ਦਾ ਆਨਸਰ ਕੀ ਹੈ? ਸੰਸਦ ਦੇ ਕੋਲ ਹੈ। ਸੰਸਦ ਦਾ ਆਰਟੀਕਲ ਪਤਾ ਹੋਣਾ ਚਾਹੀਦਾ ਹੈ 79 ਹੁੰਦਾ ਹੈ। ਤੇ ਜੇਕਰ ਲੋਕ ਸਭਾ ਦੀ ਗੱਲ ਕੀਤੀ ਜਾਵੇ ਤੇ ਰਾਜ ਸਭਾ ਦੀ ਗੱਲ ਕੀਤੀ ਜਾਵੇ ਤਾਂ 79 ਉੱਪਰਲਾ ਸਦਨ ਹੁੰਦਾ ਹੈ ਰਾਜ ਸਭਾ, ਤਾਂ ਇੱਥੇ ਕੀ ਆ 80 ਆਰਟੀਕਲ ਆਵੇਗਾ। ਤੇ ਲੋਕ ਸਭਾ ਕੀ ਹੈ ਹੇਠਲਾ ਸਦਨ ਹੈ, ਇਸ ਕਰਕੇ ਇਸ ਦਾ ਆਰਟੀਕਲ 81 ਆਵੇਗਾ। ਤਾਂ ਯਾਦ ਰੱਖਣਾ ਦੋਸਤੋ ਇਹ ਸੀ ਆਰਟੀਕਲ। ਤੇ ਜੇਕਰ ਆਪਾਂ ਗੱਲ ਕਰੀਏ ਕਿ ਕੌਣ ਬਣਾਉਂਦਾ ਹੈ ਨਿਰਧਾਰਤ, ਮਤਲਬ ਕੀ ਹੈ ਜੇਕਰ ਇੰਡੀਆ ਦਾ ਨਕਸ਼ਾ ਹੈ ਇਹ, ਤਾਂ ਇਸ ਦੇ ਵਿੱਚ ਜਿੰਨੇ ਵੀ ਹਨ ਸਾਰਿਆਂ ਦੀ ਬਾਉਂਡਰੀ ਕੀ ਹੈ ਸਿਲੈਕਟ ਕੀਤੀ ਗਈ ਹੈ। ਇਸ ਤੋਂ ਬਾਅਦ ਕੀ ਹੈ ਪਾਕਿਸਤਾਨ ਹੈ, ਪਾਕਿਸਤਾਨ ਨੂੰ ਅਸੀਂ ਕੁਝ ਵੀ ਨਹੀਂ ਕਰ ਸਕਦੇ, ਤਾਂ ਇਹ ਕੀ ਹੋ ਜਾਵੇਗਾ? ਗਲਤ ਹੋ ਜਾਵੇਗਾ। ਤਾਂ ਇਸ ਦਾ ਕੰਮ ਕੀ ਹੈ? ਸੰਸਦ ਦਾ ਕੰਮ ਹੈ। ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਬਿੱਲ ਪੇਸ਼ ਹੁੰਦਾ ਹੈ, ਉਹੀ ਕੀ ਕਰਦਾ ਹੈ ਇਸ ਨੂੰ ਨਿਰਧਾਰਤ ਕਰਦਾ ਹੈ। ਕੋਈ ਵੀ ਬਾਰਡਰ ਲਾਈਨ ਹੁੰਦੀ ਹੈ ਤਾਂ ਸੀਮਾ ਭਾਵੇਂ ਉਹ ਯੂਨੀਅਨ ਟੈਰੀਟਰੀ ਹੋਵੇ, ਭਾਵੇਂ ਕੀ ਓਨਲੀ ਟੈਰੀਟਰੀ ਹੋਵੇ, ਕੇਂਦਰ ਹੋਵੇ, ਸੈਂਟਰ ਹੀ ਨਿਰਧਾਰਤ ਕਰਦਾ ਸੰਸਦ ਦੇ ਵਿੱਚ। ਤਾਂ ਇਹ ਸੀ ਦੋਸਤੋ ਤੁਹਾਡਾ ਕੁਐਸਚਨ। ਅਗਲਾ ਕੁਐਸਚਨ ਕਹਿੰਦਾ ਹੈ ਭਾਰਤ ਵਿੱਚ ਸੰਵਿਧਾਨ ਨੂੰ ਕਦੋਂ ਅਪਣਾਇਆ ਗਿਆ? ਤਾਂ ਹੁਣ ਸੰਵਿਧਾਨ ਨੂੰ ਕਦੋਂ ਅਪਣਾਇਆ ਗਿਆ ਯਾਦ ਰੱਖਣਾ ਹੈ। ਜਦੋਂ ਅਪਣਾਏ ਗਏ ਦੀ ਗੱਲ ਆ ਗਈ ਤਾਂ ਉਦੋਂ ਕੀ ਆ ਗਿਆ? ਅਡੋਪਟ। ਤੇ ਜਦੋਂ ਕੀ ਆ ਉਸ ਨੂੰ ਕੀ ਆ ਲਾਗੂ ਕੀਤਾ ਗਿਆ, ਮਤਲਬ ਕੀ ਹੋ ਗਿਆ? ਇਨਫੋਰਸ ਹੋ ਗਿਆ। ਯਾਦ ਰੱਖਣਾ ਉੱਥੇ ਉਲਝਣਾ ਨਹੀਂ ਹੈ। ਇਨਫੋਰਸ ਕਦੋਂ ਇਨਫੋਰਸ ਕੀਤਾ ਗਿਆ, ਕਦੋਂ ਅਡੋਪਟ ਕੀਤਾ ਗਿਆ? ਤਾਂ ਇੱਥੇ ਕੀ ਅਪਣਾਉਣ ਦੀ ਗੱਲ ਹੋਈ ਹੈ। ਅਪਣਾਇਆ ਕਦੋਂ ਗਿਆ? ਕਦੋਂ ਸੰਵਿਧਾਨ ਅਪਣਾਇਆ ਗਿਆ? ਤਾਂ ਇੱਥੇ ਇਸ ਦਾ ਆਨਸਰ ਕੀ ਆਵੇਗਾ ਦੋਸਤੋ? 26 ਜਨਵਰੀ 1950 ਨਹੀਂ ਆਵੇਗਾ, ਗਲਤ ਨਾ ਕਰਿਆਇਓ। 26 ਨਵੰਬਰ 1949 ਕੀ ਹੈ ਇਸ ਦਾ ਰਾਈਟ ਆਨਸਰ ਹੋਵੇਗਾ। ਅਤੇ ਇਸ ਦਿਨ ਕੀ ਮਨਾਇਆ ਜਾਂਦਾ ਹੈ? ਸਾਡਾ ਸੰਵਿਧਾਨਕ ਦਿਵਸ ਵੀ ਮਨਾਇਆ ਜਾਂਦਾ ਹੈ। ਸੰਵਿਧਾਨਕ ਦਿਵਸ ਤਾਂ ਯਾਦ ਰੱਖਣਾ ਹੈ ਡੇ ਵੀ ਆ ਸਕਦੇ ਹਨ, ਆ ਰਹੇ ਹਨ ਦੋਸਤੋ। ਇਹ ਤਾਂ ਸਾਰੇ ਪੇਪਰਾਂ 'ਚ ਸੰਵਿਧਾਨਕ ਦਿਵਸ ਵੀ ਮਨਾਇਆ ਜਾਂਦਾ 26 ਨਵੰਬਰ 1949 ਨੂੰ। ਤੇ 1950 ਨੂੰ ਕੀ ਹੁੰਦਾ ਹੈ? ਸਾਡਾ ਕੀ ਹੈ ਰਿਪਬਲਿਕ ਡੇ ਮਨਾਇਆ ਜਾਂਦਾ ਹੈ। ਮਤਲਬ ਕੀ ਹੈ ਉਸ ਦਿਨ ਕੀ ਹੈ ਗਣਤੰਤਰ ਦਿਵਸ ਮਨਾਇਆ ਜਾਂਦਾ ਹੈ। ਦੋਸਤੋ ਝੰਡਾ ਕੌਣ ਲਹਿਰਾਉਂਦਾ ਹੈ 26 ਜਨਵਰੀ ਵੇਲੇ? ਕੌਣ? ਰਾਸ਼ਟਰਪਤੀ ਲਹਿਰਾਉਂਦਾ ਹੈ, ਯਾਦ ਰੱਖਣਾ ਹੈ। ਤੇ 15 ਅਗਸਤ ਵੇਲੇ ਇੱਥੇ ਕੀ ਹੈ ਰਾਸ਼ਟਰਪਤੀ ਆਵੇਗਾ। 15 ਅਗਸਤ ਤੇ ਕੀ ਹੈ ਪ੍ਰਧਾਨ ਮੰਤਰੀ ਕੀ ਹੈ ਝੰਡਾ ਲਹਿਰਾਉਂਦਾ ਹੈ। ਤਾਂ ਪ੍ਰਧਾਨ ਮੰਤਰੀ ਯਾਦ ਰੱਖਣਾ ਹੈ ਦੋਸਤੋ। ਅਗਲੇ ਕੁਐਸਚਨ ਦੀ ਗੱਲ ਕੀਤੀ ਹੈ ਤਾਂ ਕਹਿੰਦਾ ਭਾਰਤੀ ਸੰਵਿਧਾਨ ਦੇ ਕਿਸ ਅਨੁਛੇਦ ਵਿੱਚ ਨਾਗਰਿਕਤਾ ਦਾ ਜ਼ਿਕਰ ਕੀਤਾ ਗਿਆ ਹੈ? ਤਾਂ ਬੜਾ ਵਧੀਆ ਕੁਐਸਚਨ ਹੈ, ਪੇਪਰ 'ਚ ਆਇਆ ਵੀ ਸੀ ਇਹ। ਤਾਂ ਨਾਗਰਿਕਤਾ ਦੀ ਗੱਲ ਹੋ ਗਈ ਤਾਂ ਕੀ ਹੈ ਇੱਥੇ 5 ਤੋਂ 11 ਤੱਕ ਕੀ ਹੈ ਨਾਗਰਿਕਤਾ ਦਾ ਜ਼ਿਕਰ ਕੀਤਾ ਗਿਆ ਹੈ। 5 ਦੇ ਵਿੱਚ ਹੋਰ 6 7 8 9 10 11। ਦੂਜੀ ਗੱਲ ਕੀ ਹੈ ਭਾਗ ਦੀ ਗੱਲ ਕੀਤੀ ਜਾਵੇ ਤਾਂ ਭਾਗ ਹਜੇ ਤੱਕ ਨਹੀਂ ਆਇਆ, ਤਾਂ ਭਾਗ ਕੀ ਹੈ ਦੂਜੇ ਦੇ ਵਿੱਚ ਕੀ ਹੈ ਨਾਗਰਿਕਤਾ ਦੀ ਗੱਲ ਕੀਤੀ ਗਈ ਹੈ ਦੋਸਤੋ। ਆਰਟੀਕਲ 12 ਤੋਂ ਇੱਥੇ ਇਸ ਦਾ ਆਨਸਰ ਦਾ ਕੀ ਆ ਗਿਆ ਸੀ? 5 ਤੋਂ 11 ਕੀ ਹੈ ਇਸ ਦਾ ਰਾਈਟ ਆਨਸਰ ਆ ਗਿਆ ਜੀ। ਉਸ ਤੋਂ ਅੱਗੇ ਗੱਲ ਕੀਤੀ ਜਾਵੇ ਤਾਂ ਆਪਾਂ ਦੇਖਦੇ ਹਾਂ 12 ਤੋਂ 35 ਤੱਕ ਕਿਸ ਦੀ ਗੱਲ ਹੋਈ ਹੈ? ਫੰਡਾਮੈਂਟਲ ਰਾਈਟ ਦੀ ਗੱਲ ਹੋਈ ਹੈ। ਇਸ ਨੂੰ ਕੀ ਕਿਹਾ ਜਾਂਦਾ ਹੈ? ਮੈਗਨਾ ਕਾਰਟਾ ਵੀ ਕਿਹਾ ਜਾਂਦਾ ਹੈ। ਇਸ ਦੇ ਵਿੱਚ ਕਿੰਨੇ ਆਰਟੀਕਲ ਹਨ? 24 ਹਨ। ਗਿਣਤੀ ਕਿੰਨੀ ਹੈ? 24 ਹੈ। ਤਾਂ ਯਾਦ ਰੱਖਣਾ ਹੈ ਦੋਸਤੋ ਨਿੱਕੀਆਂ ਨਿੱਕੀਆਂ ਜਿਹੀਆਂ ਗੱਲਾਂ। 1 ਤੋਂ 4 ਦੇ ਵਿੱਚ ਤੁਹਾਨੂੰ ਮੈਂ ਦੱਸਿਆ ਸੀ ਕਿ ਇੱਥੇ ਕੀ ਹੈ ਸੈਂਟਰ ਮਤਲਬ ਕਿ ਸੰਘ ਦੀ ਗੱਲ ਹੋਈ ਹੈ ਅਤੇ ਕੀ ਹੈ ਯੂਟੀ ਦੀ ਗੱਲ ਹੋਈ ਹੈ 1 ਤੋਂ 4 ਦੇ ਵਿੱਚ। ਤੇ ਆਰਟੀਕਲ 1 ਦੇ ਵਿੱਚ ਕੀ ਕਿਹਾ ਗਿਆ ਹੈ? ਇੰਡੀਆ ਇਜ਼ ਭਾਰਤ, ਭਾਰਤ ਅਤੇ ਇੰਡੀਆ ਦਾ ਜ਼ਿਕਰ ਇੱਥੇ ਹੀ ਕੀਤਾ ਗਿਆ ਹੈ ਦੋਸਤੋ। ਤੇ 36 ਤੋਂ 51 ਦੀ ਗੱਲ ਕੀਤੀ ਜਾਵੇ ਤਾਂ 36 ਤੋਂ 51 ਕੀ ਹੈ ਸਾਡਾ ਡਾਇਰੈਕਟਿਵ ਸਟੇਟ। ਇਹ ਕੀ ਆ ਗਿਆ ਡਾਇਰੈਕਟਿਵ ਸਟੇਟ ਰਾਜਾਂ ਦੇ ਨੀਤੀ ਨਿਰਦੇਸ਼ ਆ ਗਿਆ ਦੋਸਤੋ।
ਡਾਇਰੈਕਟਿਵ ਪੋਲਿਸੀ ਸਟੇਟ ਪੋਲਿਸੀ ਆ ਗਿਆ। ਤਾਂ ਇਹ ਕੀ ਹੈ, ਯਾਦ ਰੱਖਣਾ ਹੈ। ਤਾਂ ਇੱਕ ਹੋਰ ਚੀਜ਼ ਦੋਸਤੋ, ਇੱਥੇ ਫੰਡਾਮੈਂਟਲ ਰਾਈਟ ਹਨ ਤੇ ਇਹ ਹਨ। ਤਾਂ ਇਹ ਕਿੱਥੋਂ ਲਿਆ ਗਿਆ ਹੈ? USA ਤੋਂ ਲਿਆ ਗਿਆ ਹੈ ਫੰਡਾਮੈਂਟਲ ਰਾਈਟ। ਤੇ ਜੇਕਰ ਇੱਥੋਂ ਦੀ ਗੱਲ ਕੀਤੀ ਜਾਵੇ ਤਾਂ ਇਹ ਕਿੱਥੋਂ ਲਿਆ ਗਿਆ ਹੈ? ਸਾਡਾ ਆਇਰਲੈਂਡ ਤੋਂ ਲਿਆ ਗਿਆ ਹੈ। ਯਾਦ ਰੱਖਣਾ, ਇਹ ਅਮਰੀਕਾ ਤੋਂ ਲਏ ਗਏ ਸਨ ਫੰਡਾਮੈਂਟਲ ਰਾਈਟ, ਤੇ ਇਹ ਕੀ ਆਇਰਲੈਂਡ ਤੋਂ ਲਏ ਗਏ ਸਨ। ਉਸ ਤੋਂ ਅੱਗੇ ਗੱਲ ਕੀਤੀ ਜਾਵੇ ਤਾਂ ਅਗਲਾ ਕਹਿੰਦਾ ਹੈ, ਭਾਰਤੀ ਸੰਵਿਧਾਨ ਦੁਆਰਾ ਨਾਗਰਿਕਾਂ ਨੂੰ ਕਿੰਨੇ ਮੌਲਿਕ ਅਧਿਕਾਰ ਦਿੱਤੇ ਗਏ ਸੀ? ਹੁਣ ਦੇਖੋ ਦੋਸਤੋ, ਕੁਐਸਚਨ ਨੂੰ ਧਿਆਨ ਨਾਲ ਪੜ੍ਹਨਾ। ਇੱਥੇ ਕਿੰਨੇ ਮੌਲਿਕ ਅਧਿਕਾਰ ਦਿੱਤੇ ਗਏ ਸੀ ਦੀ ਗੱਲ ਹੋਈ ਆ ਭਾਰਤੀ ਸੰਵਿਧਾਨ ਦੁਆਰਾ। ਤਾਂ ਨਾਗਰਿਕਾਂ ਨੂੰ ਕਿੰਨੇ ਮੌਲਿਕ ਅਧਿਕਾਰ ਦਿੱਤੇ ਗਏ ਸੀ? ਜੇਕਰ ਸੀ ਦੀ ਗੱਲ ਆ ਗਈ ਤਾਂ ਕੀ ਆ 7, ਕਿਉਂਕਿ ਪਹਿਲਾਂ ਸਾਡੇ ਕੀ ਆ ਫੰਡਾਮੈਂਟਲ ਰਾਈਟ ਸਨ ਦੋਸਤੋ। ਜੋ ਫੰਡਾਮੈਂਟਲ ਰਾਈਟ ਸਨ ਪਹਿਲਾਂ ਜੋ ਸਨ ਉਹ ਕਿੰਨੇ ਸਨ? 7 ਸਨ। ਬਟ ਕੀ ਆ ਇੱਕ ਕੀ ਆ ਸੰਪਤੀ ਦਾ ਅਧਿਕਾਰ ਕੱਢ ਲਿਆ ਗਿਆ ਤੇ ਹੁਣ ਕਿੰਨੇ ਰਹਿ ਗਏ? 6। ਤਾਂ ਇੱਥੇ ਕੀ ਆ, ਇੱਥੇ ਸੀ ਪੁੱਛਿਆ ਸੀ, ਸੀ ਦਾ ਕੀ ਆਂਸਰ ਆ ਗਿਆ ਦੋਸਤੋ? 7 ਪਹਿਲਾਂ ਹੈਗੇ ਸੀ ਬਟ ਕੀ ਆ ਹੁਣ 6 ਹਨ ਦੋਸਤੋ। ਤਾਂ ਇਹ ਸੀ ਸਾਡੇ 15 ਕੁਐਸਚਨ ਜੋ ਕਿ ਬਹੁਤ ਜ਼ਿਆਦਾ ਇੰਪੋਰਟੈਂਟ ਹਨ। ਇਸ ਨੂੰ ਵੈਰੀ 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 ਜਿੰਨਾ ਮਰਜ਼ੀ ਪਾਈ ਦਈਏ ਮਗਰ ਤਾਂ ਇੰਪੋਰਟੈਂਟ ਹੀ ਆਉਣਾ ਹੈ ਦੋਸਤੋ। ਵਧੀਆ ਲੱਗੇ ਤਾਂ ਇਸ ਨੂੰ ਲਾਈਕ ਕਰਨਾ, ਚੈਨਲ ਨੂੰ ਸਬਸਕ੍ਰਾਈਬ ਕਰਨਾ ਜੇਕਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣਾ ਚਾਹੁੰਦੇ ਹੋ, ਕਿਉਂਕਿ ਮੈਂ ਬਹੁਤ ਜ਼ਿਆਦਾ ਕਰਵਾ ਰਿਹਾ ਮੈਥ ਦੀਆਂ, ਰੀਜਨਿੰਗ ਦੀਆਂ, ਜੀਕੇ ਦੀਆਂ, ਪੰਜਾਬ ਜੀਕੇ ਦੀਆਂ, ਪੋਲੀਟੀਕਲ ਦੀਆਂ। ਤੇ ਪਲੇਲਿਸਟ ਵਿੱਚ ਜਾਣਾ ਤੁਹਾਨੂੰ ਬੜਾ ਡਾਟਾ ਮਿਲੇਗਾ, ਬਹੁਤ ਵਧੀਆ ਕੰਟੈਂਟ ਮਿਲੇਗਾ। ਤਾਂ ਦੋਸਤੋ ਵੀਡੀਓ ਨੂੰ ਕੋਈ ਵੀ ਹੋਵੇ ਉਸ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ, ਕਿਉਂਕਿ ਉਸ ਦੇ ਵਿੱਚ ਕੀ ਹੈ ਤੁਹਾਡੇ ਲਈ ਕੀ ਹੈ ਕੋਈ ਨਾ ਕੋਈ ਚੀਜ਼ ਦਿੱਤੀ ਹੀ ਹੁੰਦੀ ਹੈ। ਕੋਈ ਫਾਲਤੂ ਕੰਟੈਂਟ ਨਹੀਂ ਦਿੰਦਾ ਮੈਂ ਉੱਥੇ, ਬਹੁਤ ਹੀ ਵਧੀਆ ਤਰੀਕੇ ਨਾਲ ਕਰਵਾਇਆ ਜਾਂਦਾ ਹੈ। ਸੋ ਥੈਂਕਸ ਫॉर ਵਾਚਿੰਗ ਮਾਈ ਦਿਸ ਵੀਡੀਓ। ਸਤਿ ਸ਼੍ਰੀ ਅਕਾਲ ਜੀ।